राधे कृष्णा, राधे कृष्णा। श्री कृष्ण भगवान महाराज जी सब ते किरपा करन, सब ते दया करन और सब ਨੂੰ ਲੱਖੋਂ ਕਰੋੜੋਂ ਵਧਾਈਆਂ ਹੋਣ। ਸਭ ਦੇ ਘਰ ਦੇ ਵਿੱਚ ਰੂਹਾਨੀਅਤ ਮਹਿਕ ਆਏ, ਸਭ ਤੇ ਕਿਰਪਾ ਹੋਵੇ, ਸਭ ਤੇ ਦਇਆ ਹੋਵੇ। ਦੇਖੋ, ਕੋਈ ਵੀ ਭਗਤੀ ਕਰਨ ਲੱਗਿਆ ਤੁਹਾਡੀ ਸੋਚ ਉੱਚੀ ਹੋਣੀ ਚਾਹੀਦੀ ਹੈ, ਵਿਚਾਰ ਉੱਚੇ ਹੋਣੇ ਚਾਹੀਦੇ ਨੇ। ਹਮੇਸ਼ਾ ਇਹੋ ਸੋਚ ਕੇ ਰੱਖੋ, ਸਾਡੇ ਸਿਰ ਤੇ ਉਸ ਪਰਮਾਤਮਾ ਸ਼ਬਦ ਰੂਪੀ ਦਾ ਸਿਰ ਤੇ ਹੱਥ ਹੈ ਔਰ ਤੁਹਾਨੂੰ ਤੱਤੀ ਹਵਾ ਨਹੀਂ ਲੱਗੇਗੀ। ਹਮੇਸ਼ਾ ਜ਼ਿੰਦਗੀ ਸੁੱਖ ਤੇ ਦੁੱਖ ਆਉਣਗੇ, ਪਰ ਦੁੱਖਾਂ ਦੇ ਵਿੱਚ ਤੁਹਾਨੂੰ ਇੰਨੀ ਤਾਕਤ ਮਿਲ ਜਾਏਗੀ ਕਿ ਤੁਹਾਨੂੰ ਦੁੱਖ 'ਚ ਵੀ ਸੁੱਖ ਨਜ਼ਰ ਆਏਗਾ। ਕਦੀ ਵੀ ਕਿਸੇ ਕੰਮ ਕਾਰੋਬਾਰ ਵਿੱਚ ਤੁਸੀਂ ਹਿੰਮਤ ਨਹੀਂ ਹਾਰਨੀ। ਸੋਚ ਉੱਚੀ ਕਰਕੇ ਔਰ ਨਵਾਂ ਕੰਮ ਸ਼ੁਰੂ ਕਰੋ, ਤੁਹਾਡੇ ਤੇ ਉਹ ਮਾਲਕ ਜ਼ਰੂਰ ਦਇਆ ਕਰੇਗਾ, ਜ਼ਰੂਰ ਕਿਰਪਾ ਕਰੇਗਾ। ਹਮੇਸ਼ਾ ਕੋਈ ਵੀ ਕੰਮ ਕਾਰੋਬਾਰ ਹੋਵੇ, ਤੁਹਾਡਾ ਭਰੋਸਾ ਤੁਹਾਨੂੰ ਅੱਗੇ ਲੈ ਕੇ ਜਾਏਗਾ। ਜੇ ਤੁਹਾਨੂੰ ਵਿਸ਼ਵਾਸ ਹੈ, ਤੁਹਾਨੂੰ ਭਰੋਸਾ ਹੈ, ਤੇ ਤੁਸੀਂ ਫਤਿਹ ਹੋਵੋਗੇ, ਤੁਸੀਂ ਉਸ ਕੰਮ ਵਿੱਚ ਕਾਮਯਾਬ ਹੋਵੋਗੇ। ਜੇ ਤੁਹਾਨੂੰ ਭਰੋਸਾ ਨਹੀਂ, ਭਗਤੀ ਲੈ ਲਓ, ਛੋਟਾ ਕੰਮ ਲੈ ਲਓ, ਵੱਡਾ ਕੰਮ ਲੈ ਲਓ, ਤੁਸੀਂ ਕਦੀ ਕਾਮਯਾਬ ਨਹੀਂ ਹੋਵੋਗੇ, ਤੁਹਾਨੂੰ ਭਰੋਸਾ ਨਹੀਂ। ਇਸ ਤਰ੍ਹਾਂ ਹੀ ਇੱਕ ਬੰਦਾ, ਸ਼੍ਰੀ ਕ੍ਰਿਸ਼ਨ ਭਗਵਾਨ ਦਾ ਕੋਈ ਪਿੰਡ ਸੀ, ਕੋਈ ਗਾঁव ਸੀ। ਉੱਥੇ ਸਾਰੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਦੇ ਨੇੜੇ ਆ ਰਿਹਾ ਸੀ। ਸਾਰੇ ਮੂਰਤੀਆਂ ਬਣਾ ਰਹੇ ਸੀ, ਸਭ ਦੀਆਂ ਮੂਰਤੀਆਂ ਹਸਤਾ ਹਸਤਾ ਵਿਕ ਗਈਆਂ, ਬਾਰਿਸ਼ਾਂ ਆ ਰਹੀਆਂ ਸੀ। ਇੱਕ ਬੰਦਾ ਸੀ, ਉਹ ਮੂਰਤੀ ਬਣਾਉਂਦਾ, ਟੁੱਟਦੀ ਹੈ, ਮੂਰਤੀ ਬਣਾਉਂਦਾ, ਟੁੱਟਦੀ ਹੈ, ਉਹ ਵੀ ਲੱਗਾ ਹੋਇਆ ਹੈ। ਉਧਰੋਂ ਕੋਈ ਸੇਵਕਨ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਦੀ, ਉਹਨੂੰ ਰਾਤੀ ਸੁਪਨਾ ਆਇਆ ਕਿ ਫਲਾਨੀ ਪਿੰਡ ਔਰ ਗਾँव ਦੇ ਵਿੱਚ ਕੋਈ ਮੂਰਤੀ ਬਣਾ ਰਿਹਾ ਹੈ, ਮੇਰਾ ਰੂਪ ਸਰੂਪ ਬਣਾ ਰਿਹਾ ਹੈ, ਤੂੰ ਉਹ ਮੂਰਤੀ ਬੇਟਾ ਲੈ ਕੇ ਆਣੀ ਹੈ ਔਰ ਉਹਨੂੰ ਇੱਕ ਹੀਰੇ ਦੀ ਪੋਟਲੀ ਦੇ ਕੇ ਆਣੀ ਹੈ। ਸਵੇਰੇ ਉੱਠੀ ਮਾਤਾ ਜੀ ਨੇ ਆਪਣੇ ਬੇਟੇ ਨੂੰ ਕਿਹਾ, ਉਹਨਾਂ ਦਾ ਹੀਰਿਆਂ ਦਾ ਵਪਾਰ ਸੀ। ਕਹਿੰਦੀ ਰਾਤੀ ਮੈਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਆਏ ਨੇ ਅਤੇ ਉਹ ਕਹਿੰਦੇ ਨੇ ਫਲਾਣੇ ਗਾँव ਪਿੰਡ ਦੇ ਵਿੱਚ ਮੇਰਾ ਕੋਈ ਰੂਪ ਸਰੂਪ ਬਣਾ ਰਿਹਾ, ਤੂੰ ਬੇਟਾ ਉਹਨੂੰ ਘਰੋਂ ਉਹ ਲੈ ਕੇ ਆਣੀ ਹੈ, ਉੱਠ। ਕਹਿੰਦਾ ਮਾਂ ਤੂੰ ਸੁਪਨੇ 'ਤੇ ਭਰੋਸਾ ਨਾ ਕਰਿਆ ਕਰ। ਕਹਿੰਦੀ ਤੂੰ ਚੱਲ। ਜਦੋਂ ਮਾਂ ਰੋਣ ਲੱਗ ਪਈ, ਬੇਟੇ ਕੋਲ ਬਰਦਾਸ਼ਤ ਨਹੀਂ ਹੋਇਆ, ਬੇਟਿਆਂ ਦਾ ਹੀਰੇ ਦਾ ਕੰਮ ਸੀ। ਕਹਿੰਦਾ ਮਾਂ ਇੱਕ ਹੀਰਿਆਂ ਦੀ ਪੋਟਲੀ ਤੇਰੀ ਤਰਫੋਂ, ਇੱਕ ਮੇਰੀ ਤਰਫ। ਚੱਲ ਪੈਂਦੇ ਨੇ, ਪੁੱਛਦੇ ਪੁੱਛਦੇ ਜਿਹੜਾ ਉਹਨੂੰ ਸੁਪਨੇ ਦੇ ਵਿੱਚ ਆਇਆ ਸੀ ਗਾँव ਪਿੰਡ, ਪੁੱਛਦੇ ਪੁੱਛਦੇ ਉੱਥੇ ਪਹੁੰਚ ਗਈ। ਸਭ ਨੂੰ ਪੁੱਛਿਆ ਵੀ ਇੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਕੋਈ ਮੂਰਤੀ, ਸਾਰਿਆਂ ਨੇ ਕਿਹਾ ਬਾਰਿਸ਼ਾਂ ਦੇ ਕਾਰਨ ਕੋਈ ਨਹੀਂ। ਔਰ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਉਸ ਦਿਨ ਜਨਮ ਦਿਨ ਸੀ। ਮੂਰਤੀ ਕਿਸੇ ਕੋਲ ਨਹੀਂ ਮਿਲੀ। ਕਿਸੇ ਨੇ ਕਿਹਾ ਇੱਥੇ ਇੱਕ ਪਾਗਲ ਹੈਗਾ, ਉਹ ਬਣਾ ਰਿਹਾ। ਉਹਦੇ 'ਚ ਕਲਰ ਭਰਨ ਦੇ ਰਹਿ ਗਿਆ, ਕਲਰ ਭਰਨੇ ਸੀ, ਬਾਕੀ ਮੂਰਤੀ ਤਿਆਰ ਹੋ ਗਈ ਸੀ। ਉਹਨਾਂ ਨੇ ਉੱਥੇ ਜਾ ਕੇ ਪੁੱਛਿਆ ਵੀ ਇਹ ਤੂੰ ਮੂਰਤੀ ਵੇਚਣੀ ਹੈ? ਕਹਿੰਦਾ ਵੇਚਣ ਵਾਸਤੇ ਬਣਾਈ ਹੈ। ਕਹਿੰਦੇ ਨੇ ਕਿੰਨੇ ਦੀ ਹੈ? ਕਹਿੰਦੇ ਨੇ ਇੱਕ ਰੋਟੀ ਦੇ ਪੈਸੇ ਦੇ ਦਿਓ, ਇੱਕ ਮੇਰੀ ਘਰ ਵਾਲੀ ਹੈ, ਜੇ ਤੁਹਾਡੀ ਮਰਜ਼ੀ ਹੈ 2 ਰੋਟੀਆਂ ਦੇ ਪੈਸੇ ਦੇ ਦਿਓ ਔਰ ਮੈਨੂੰ ਕੁਛ ਨਹੀਂ ਚਾਹੀਦਾ। ਹੱਥ ਜੋੜ ਕੇ ਖੜਾ ਹੋ ਗਿਆ। ਮਾਤਾ ਜੀ ਉਤਰੇ ਨੀਚੇ। ਸਭ ਤੋਂ ਪਹਿਲੇ ਉਹਨਾਂ ਨੇ ਉਹਨੂੰ ਮੱਥਾ ਟੇਕਿਆ ਜਿਹੜਾ ਮੂਰਤੀ ਬਣਾ ਰਿਹਾ ਸੀ, ਫਿਰ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਮੱਥਾ ਟੇਕਿਆ ਔਰ ਬੇਟੇ ਨੇ ਮਾਂ ਨੂੰ ਵੇਖ ਕੇ ਬੇਟੇ ਨੇ ਵੀ ਮੱਥਾ ਟੇਕਿਆ, ਉਹਨੂੰ ਵੀ ਔਰ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ। ਉਹਨੂੰ 2 ਪੋਟਲੀਆਂ ਹੀਰੇ ਦੇ ਦਿੱਤੀਆਂ। ਕਹਿੰਦੇ ਨੇ ਇੱਕ ਮੇਰੀ ਮਾਂ ਦੀ ਤਰਫੋਂ, ਇੱਕ ਭਗਵਾਨ ਦੀ ਤਰਫੋਂ। ਉਹਨੇ ਆਪਣਾ ਨਾਮ ਨਹੀਂ ਰੱਖਿਆ। ਆਸਤਾ ਆਸਤਾ ਉਹਨੇ ਉੱਥੇ ਹੀਰੇ ਵੇਚ ਕੇ ਮੂਰਤੀਆਂ ਦੇ ਹੋਲਸੇਲ ਦਾ ਕੰਮ ਕਰ ਲਿਆ। ਜਿਹੜੇ ਸਾਰੇ ਪਾਗਲ ਕਹਿ ਰਹੇ ਸੀ, ਸਾਰੇ ਉਹਨਾਂ ਕੋਲ ਕੰਮ ਕਰ ਰਹੇ ਨੇ, ਸਾਰਿਆਂ ਦਾ ਮਾਲਕ ਬਣ ਗਿਆ। ਇਸੇ ਵਾਸਤੇ ਕੋਈ ਪਤਾ ਨਹੀਂ ਕਿਹੜਾ ਪਾਗਲ ਕਦੋਂ ਤਰੱਕੀ ਕਰਦੇ, ਕਿੰਦੇ ਤੇ ਭਗਵਾਨ ਦਇਆਵਾਨ ਹੋ ਕੇ ਉਹਦੇ ਸਿਰ ਤੇ ਹੱਥ ਰੱਖੇ, ਕਿਰਪਾ ਕਰੇ, ਉਹਦੀ ਦਇਆ ਕਬੂਲ ਹੋ ਜਾਏ। ਇਸ ਤਰ੍ਹਾਂ ਹੀ ਤੁਹਾਨੂੰ ਪਤਾ ਹੁਣ ਰੱਖੜੀ ਬੀਤੀ ਹੈ, ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਭੈਣ ਭਰਾ ਨਾਰਾਜ਼ ਹੋ ਜਾਂਦੇ ਹਾਂ। ਗਲਤੀ ਹੋ ਜਾਂਦੀ ਹੈ ਕਿਸੇ ਕੋਲ ਤੇ ਨਾਰਾਜ਼ ਹੋ ਜਾਂਦੇ ਹਾਂ। ਨਾਰਾਜ਼ ਨਹੀਂ ਹੋਣਾ। ਐਵੇਂ 4 ਭਰਾਵਾਂ 4 ਭੈਣਾਂ ਦਾ ਇੱਕ ਭਰਾ ਸੀ ਪਰ ਬੜੀ ਮੁਸ਼ਕਲ ਹੋਇਆ ਲਾਸਟ ਵਿੱਚ। ਭੈਣਾਂ ਦਾ ਭਰਾ ਨਾਲ ਬੜਾ ਪਿਆਰ ਸੀ, ਧਨ ਦੌਲਤ ਬਹੁਤ ਸੀ, ਫੈਕਟਰੀ ਸੀ। ਮਾਂ ਪਿਓ ਦੀ ਮੌਤ ਹੋ ਗਈ, ਭੈਣਾਂ ਦਾ ਵਿਆਹ ਹੋ ਗਿਆ ਸਾਰਿਆਂ ਦਾ। ਭੈਣਾਂ ਨੇ ਆਪਣੇ ਛੋਟੇ ਭਰਾ ਦੇ ਵਾਸਤੇ ਰਿਸ਼ਤੇ ਬੜੇ ਲੱਭੇ, ਕਿਉਂ ਮਾਂ ਪਿਓ ਨਹੀਂ ਸੀ। ਇੱਕ ਤੋਂ ਇੱਕ ਰਿਸ਼ਤਾ ਲੱਭਿਆ। ਭਰਾ ਹਮੇਸ਼ਾ ਮਨਾ ਕਰਦਾ ਰਿਹਾ। ਇੱਕ ਵਾਰੀ ਸਾਰੀਆਂ ਰੱਖੜੀਆਂ ਬੰਨ੍ਹਣ ਆਈਆਂ, ਭਰਾ ਨੂੰ ਕਹਿੰਦੇ ਨੇ ਭਰਾ ਤੂੰ ਵਿਆਹ ਸੇ ਹਾਂ ਕਿਉਂ ਨਹੀਂ ਕਰਦਾ? ਤੇ ਉਹਨੇ ਆਪਣੀ ਭੈਣਾਂ ਨੂੰ ਕਿਹਾ ਦੀਦੀ ਮੈਂ ਨਾ ਕਿਸੇ ਨਾਲ ਪਿਆਰ ਕਰਨਾ, ਮੇਰੀ ਉਹ ਫੈਕਟਰੀ 'ਚ ਕੰਮ ਕਰਦੀ ਹੈ। ਉਹਨਾਂ ਦੀ ਬਰਾਦਰੀ ਦੀ ਨਹੀਂ ਸੀ, ਸਭ ਨੇ ਮਨਾ ਕੀਤਾ। ਕਹਿੰਦੇ ਨੇ ਹੁਣ ਅਸੀਂ ਅੱਜ ਤੋਂ ਬਾਅਦ ਨਹੀਂ ਆਵਾਂਗੇ। ਕਹਿੰਦਾ ਭੈਣ ਮੈਂ ਆਪਣੀਆਂ ਭੈਣਾਂ ਨੂੰ ਕਹਿੰਦਾ ਮੈਂ ਉਹਨੂੰ ਨਹੀਂ ਛੱਡ ਸਕਦਾ। ਉਹਨੇ ਵਿਆਹ ਕਰਾ ਲਿਆ, ਭੈਣਾਂ ਨੇ ਛੱਡ ਦਿੱਤਾ। 2 3 4 ਸਾਲ ਬੀਤ ਕੇ ਭੈਣਾਂ ਨੇ ਰੱਖੜੀ ਬੰਨ੍ਹਣੀ ਬੰਦ ਕਰ ਦਿੱਤੀ।
ਇੱਕ ਦਿਨ ਜਿਹੜੀ ਭੈਣ ਸਭ ਤੋਂ ਸਮਝਦਾਰ ਸੀ, ਜੀਜਾ ਸਮਝਦਾਰ ਸੀ, ਉਹਦਾ ਜੀਜੇ ਦਾ ਐਕਸੀਡੈਂਟ ਹੋਇਆ, ਉਹਦੀ ਮੌਤ ਹੋ ਗਈ। ਉਹਨੂੰ ਪਤਾ ਚੱਲਿਆ, ਉਹ ਆਪਣਾ ਤਿਆਰ ਹੋ ਕੇ ਜਾ ਰਿਹਾ। ਇੱਕ ਮਨ ਕਹਿੰਦਾ ਨਾ ਜਾਵਾਂ, ਇੱਕ ਕਹਿੰਦਾ ਨਹੀਂ ਜਾਣਾ। ਉਹਦੀ ਘਰਵਾਲੀ ਨੇ ਕਿਹਾ ਸੁਣੋ ਤੁਸੀਂ ਜਾਓ। ਉਹਨੇ ਇੱਕ ਚਿੱਠੀ ਲਿਖ ਕੇ ਦੇ ਦਿੱਤੀ, ਉਹਦੀ ਅਟੈਚੀ ਵਿੱਚ ਪਾ ਦਿੱਤੀ, ਇਹ ਦੀਦੀ ਨੂੰ ਦੇ ਦੇਣਾ ਚਿੱਠੀ। ਉਹਨੇ ਆਪ ਨਹੀਂ ਪੜ੍ਹੀ। ਉੱਥੇ ਪਹੁੰਚਿਆ, ਭੈਣ ਨੇ ਬੜੀ ਘੁੱਟ ਕੇ ਜੱਫੀ ਪਾਈ, ਬੜਾ ਰੋਈ ਭੈਣ ਜੱਫੀ ਪਾ ਕੇ ਭਰਾ ਨਾਲ। ਦੂਜੀਆਂ ਭੈਣਾਂ ਵੀ ਉੱਥੇ ਮਿਲ ਗਈਆਂ, ਪਰ ਕਿਸੇ ਨੇ ਬੁਲਾਇਆ ਨਹੀਂ। ਆਉਣ ਲੱਗਾ ਤੇ ਅਟੈਚੀ ਵੀ ਲਿਆਇਆ। ਪਿੱਛੋਂ ਭੈਣ ਨੇ ਚਿੱਠੀ ਪੜ੍ਹੀ, ਲਿਖਿਆ ਦੀਦੀ ਇਹ ਘਰ ਤੁਹਾਡਾ ਸਭ ਤੋਂ ਪਹਿਲੇ ਵੇ, ਮੇਰੇ ਕੋਲ ਕੋਈ ਗਲਤੀ ਹੋ ਜਾਏ ਮਾफ़ ਕਰ ਦੇਣਾ। ਸਾਡੀਆਂ ਦੋਨੋਂ ਦੀਆਂ ਅੱਖਾਂ ਰਾਤ ਨੂੰ ਅਸੀਂ ਸੌਂਦੇ ਨਹੀਂ, ਤੁਹਾਡੀ ਬਹੁਤ ਇੰਤਜ਼ਾਰ ਆਉਂਦੀ ਹੈ। ਮੈਂ ਬਾਅਦ ਵਿੱਚ ਪਹਿਲੇ ਆ, ਤੁਹਾਡਾ ਵੀਰ ਹੈ, ਤੁਸੀਂ ਜ਼ਰੂਰ ਆਣਾ ਐਕਤੀ। ਚਲੋ ਸਾਰੀਆਂ ਭੈਣਾਂ ਨੇ ਚਿੱਠੀ ਪੜ੍ਹੀ। ਕੁਝ ਦਿਨ ਬਾਅਦ ਰੱਖੜੀ ਦਾ ਤਿਉਹਾਰ ਆ ਗਿਆ। ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਆਈਆਂ, ਬੈਲ ਵਜਾਈ। ਇੱਕਦਮ ਬਾਹਰ ਆਇਆ, ਦੇਖਿਆ ਮੇਰੀਆਂ ਭੈਣਾਂ ਆ ਗਈਆਂ ਨੇ। ਭੈਣਾਂ ਨੇ ਰੱਖੜੀ ਰੁੱਖੜੀ ਬੰਨੀ ਤੇ ਆਪਸ ਵਿੱਚ ਫਿਰ ਉਨਾ ਹੀ ਪਿਆਰ ਹੋ ਗਿਆ ਜਿੰਨਾ ਸੀ। ਇਸ ਤਰ੍ਹਾਂ ਹੀ ਰੱਖੜੀ ਦੇ ਵਿੱਚ ਸਾਡੀ ਤੁਲਨਾ ਨਹੀਂ ਹੋਣੀ ਚਾਹੀਦੀ। ਕਈ ਤੁਲਨਾ ਕਰਦੇ ਨੇ, ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਸ਼ਹਿਰਾਂ ਵਿੱਚ ਹੁੰਦੀਆਂ ਨੇ ਕਿ ਭੈਣ ਇੰਨੇ ਦਾ ਸਮਾਨ ਲਿਆਇਆ। ਇਹ ਮੈਂ ਇੱਕ ਜਗ੍ਹਾ ਦੇਖਿਆ, ਭੈਣ ਰੱਖੜੀ ਬੰਨ੍ਹਣ ਆਈ ਤੇ ਭਰਾ ਨੇ 500 ਰੁਪਏ ਦਿੱਤਾ। ਕਹਿੰਦੀ ਐ ਲੋ 500 ਰੁਪਏ ਦਾ ਤਾਂ ਮੈਂ ਡੱਬਾ ਲਿਆਈ ਹਾਂ, 150 ਰੁਪਏ ਮੇਰਾ ਕਿਰਾਇਆ ਲੱਗ ਗਿਆ ਹੈ ਤੇ ਬਾਕੀ 50 ਰੁਪਏ ਦਾ ਹੋਰ ਸਮਾਨ ਆਇਆ ਹੈ, 700 ਖਰਚ ਹੋਇਆ, 500 ਦਿੱਤਾ ਹੈ। ਨਾ ਭੈਣ ਨੂੰ ਸੋਚਣਾ ਹੈ, ਨਾ ਭਰਾ ਨੂੰ ਸੋਚਣਾ ਹੈ। ਰੱਖੜੀ ਦੇ ਤਿਉਹਾਰ ਦੇ ਵਿੱਚ ਪਿਆਰ ਦੀ ਤੁਲਨਾ ਨਹੀਂ ਕੀਤੀ ਜਾਂਦੀ। ਪਿਆਰ ਬੇਹੰਤ ਹੁੰਦਾ ਹੈ। ਪਿਆਰ ਨੂੰ ਤੁਲਨਾ ਪੈਸੇ ਨਾਲ ਨਾ ਕਰੋ। ਪਿਆਰ ਪਿਆਰ ਹੈ। ਜੇ ਅਸੀਂ ਇਸ ਦੁਨੀਆ 'ਚ ਪਿਆਰ ਦੀ ਤੁਲਨਾ ਕਰਾਂਗੇ ਕਦੀ ਵੀ ਕਾਮਯਾਬ ਨਹੀਂ ਹੋਵਾਂਗੇ। ਇਸ ਤਰ੍ਹਾਂ ਹੀ ਕਿਸੇ ਦੇ 2 ਬੇਟੇ ਸੀ, ਬੇਹੰਤ ਪਿਆਰ ਸੀ। ਜਾਇਦਾਦ ਦੇ ਚੱਕਰ ਵਿੱਚ ਆਪਸ ਵਿੱਚ ਝਗੜਾ ਹੋ ਗਿਆ। ਇੱਕ ਥੋੜ੍ਹੀ ਜਿਹੀ ਮਹਿੰਗੀ ਜ਼ਮੀਨ ਸੀ, ਉਹਦੇ ਚੱਕਰ ਵਿੱਚ ਬੜੀ ਬਹਿਸ ਹੋਈ, ਬੜੇ ਸਵਾਲ ਜਵਾਬ ਹੋ ਰਹੇ ਨੇ। ਤੇ ਉਹਨਾਂ ਦੇ ਪਾਪਾ ਕਹਿੰਦੇ ਨੇ ਤੁਸੀਂ ਇਹ ਜ਼ਮੀਨ, ਇਹ ਥੋੜ੍ਹੀ ਜਿਹੀ ਜ਼ਮੀਨ ਦੇ ਚੱਕਰ 'ਚ ਇੰਨੀ ਬਹਿਸ ਹੋ ਲੜਦੇ ਪਏ ਹੋ, ਮੇਰੇ ਕੋਲ ਇਸ ਤੋਂ ਵੀ ਬੜੀ ਮਹਿੰਗੀ ਜ਼ਮੀਨ ਪਈ ਹੈ, ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਉਹ ਦੇਣਾ ਚਾਹੁੰਦਾ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ, ਮੇਰੇ ਨਾਲ ਚੱਲੋਗੇ, ਜੇ ਆਪਸ ਵਿੱਚ ਲੜੋਗੇ ਤਾਂ ਮੈਂ ਵਾਪਸ ਆ ਜਾਵਾਂ। ਗਏ, ਬੱਸ ਦੇ ਵਿੱਚ ਬੈਠ ਗਏ ਔਰ ਜਿਹੜੀ ਸੀਟ ਮਿਲੀ ਉਹ 2 ਸੀਟਾਂ ਸੀ। ਇੱਕ ਉਹ 3 ਜਣੇ ਸੀ, 2 ਬੇਟੇ ਔਰ ਪਾਪਾ। ਇੱਕ ਵਾਰੀ ਪਿਓ ਦੇ ਨਾਲ ਉਹ ਬਹਿ ਗਿਆ, ਦੂਜੀ ਵਾਰੀ ਉਹ ਪਿਓ ਦੇ ਨਾਲ। ਪਿਓ ਨੇ ਆਸਤਾ ਆਸਤਾ ਥੋੜ੍ਹਾ ਬਹੁਤਾ ਸਮਝਾਉਂਦਾ ਚਲਾ ਗਿਆ। ਉੱਥੇ ਪਿੰਡ 'ਚ ਪਹੁੰਚ ਗਏ। ਉੱਥੇ ਜਿਹੜੀ ਕੋਠੀ ਹੈਗੀ ਸੀ ਉਹਨਾਂ ਦੀ ਸੀ। ਆਪਸ ਵਿੱਚ ਦੋਨੋਂ ਭਰਾ ਆਪਸ ਵਿੱਚ ਉਦੋਂ ਲੜ ਪਏ ਸੀ। ਤੇ ਦੇਖੋ ਉਹਦਾ ਭਰਾ ਫਿਰ ਅਮਰੀਕਾ ਚਲਾ ਗਿਆ, ਉਹਨਾਂ ਲੈਣ ਦੇਣ ਖਤਮ ਹੋ ਗਿਆ। ਕਹਿੰਦਾ ਇਹ ਸਾਡੀ ਕੋਠੀ ਸੀ, ਤੁਹਾਡਾ ਇੱਥੇ ਬਚਪਨਾ ਪਲਿਆ ਬੇਟਾ, ਔਰ ਦੇਖੋ ਇੱਥੇ ਸਭ ਕੁਛ ਕਬੂਤਰ ਘੋਂਸਲੇ ਬਣਾਏ ਹੋਏ ਨੇ, ਨਾ ਉਹ ਰਹਿ ਰਿਹਾ ਨਾ ਮੈਂ ਰਹਿ ਰਿਹਾ। ਜਿਹੜੀ ਬੱਸ ਵਿੱਚ ਅਸੀਂ ਆਏ ਹਾਂ, ਕਿਆ ਉਹ ਸੀਟ ਸਾਨੂੰ ਦੁਬਾਰਾ ਮਿਲ ਜਾਏਗੀ? ਪਿਓ ਨੇ ਸਮਝਾਇਆ। ਘਰ ਆ ਕੇ ਪਿਤਾ ਜੀ ਦੇ ਪੈਰੀ ਹੱਥ ਲਗਾ ਕੇ ਮਾफ़ੀ ਮੰਗੀ। ਫਿਰ ਕੁਝ ਦਿਨ ਬਾਅਦ ਪਿਓ ਦੀ ਮੌਤ ਹੋ ਗਈ। ਫਿਰ ਕੁਝ ਦਿਨ ਬਾਅਦ ਫਿਰ ਲੈਣ ਦੇਣ ਵਿੱਚ ਖਰਾਬੀ ਹੋ ਗਈ, ਫਿਰ ਸਭ ਕੁਝ ਵੰਡਿਆ ਗਿਆ। ਇੱਕ ਟਰੰਕ ਹੈਗਾ ਸੀ, ਉਹਨੂੰ ਤਾਲਾ ਲਗਾ ਕੇ ਮਾਤਾ ਜੀ ਰੱਖਿਆ ਹੋਇਆ ਸੀ। ਉਹਨਾਂ ਨੇ ਸੋਚਿਆ ਵੀ ਇਹ ਟਰੰਕ ਵਿੱਚ ਪਤਾ ਨਹੀਂ ਕੀ ਹੈਗਾ, ਜਿਹਦੇ ਨਾਲ ਮਸਾਲਾ ਕੁੱਟੀ ਦਾ, ਉਹਦੇ ਨਾਲ ਤਾਲਾ ਤੋੜ ਦਿੱਤਾ। ਵੇਖਿਆ ਤੇ ਉਹਦੇ ਇਹਨਾਂ ਇੱਕ ਕਢਾਈ ਵਾਲੀ ਸਾੜੀ ਜਿਹੜੀ ਉਹਦੀ ਸੱਸ ਨੇ ਦਿੱਤੀ ਸੀ ਮਾਤਾ ਜੀ ਨੂੰ, ਤੇ ਇੱਕ ਜਿਹੜਾ ਕਾਜਲ ਵਾਲਾ ਡੱਬਾ ਲਿਖ ਰਿਹਾ, ਤੇ ਇੱਕ ਚਿੱਠੀ ਲਿਖ ਰਹੀ। ਉਹਦੇ ਕੋਲ ਪੁੱਛਿਆ ਗਿਆ, ਕਹਿੰਦੀ ਹੈ ਮੇਰੀ ਸੱਸ ਨੇ ਮੈਨੂੰ ਕਾਜਲ ਲਗਾ ਕੇ ਮੈਨੂੰ ਨਜ਼ਰ ਨਾ ਲੱਗੇ ਕਿਸ ਦੀ। ਇੱਕ ਥਾਲੀ ਸੀ ਪਿੱਤਲ ਦੀ, ਜਿਹੜੀ ਉਹ ਕਾਲੀ ਹੋ ਗਈ ਸੀ। ਬਚਪਨ ਹੀ ਦੋਨੋਂ ਭਰਾ ਇਕੱਠੇ ਮਿਲ ਕੇ ਰੋਟੀ ਖਾਂਦੇ ਸੀ ਇੱਕੋ ਥਾਲੀ 'ਚ। ਜਦੋਂ ਇਹ ਸਾਰੀਆਂ ਗੱਲਾਂ ਨੂੰ ਵੇਖਿਆ, ਬੱਚਿਆਂ ਨੇ ਦੋਨਾਂ ਨੇ ਮਾफ़ੀ ਮੰਗੀ ਮਾਂ ਕੋਲ, ਨੂੰਹਾਂ ਨੇ ਮਾफ़ੀ ਮੰਗੀ, ਪੋਤਰਿਆਂ ਨੇ ਮਾफ़ੀ ਮੰਗੀ। ਫਿਰ ਬੇਹੰਦ ਆਪਸ ਵਿੱਚ ਪਿਆਰ ਹੋ ਕੇ ਇਕੱਠੇ ਰਹਿਣਾ ਸ਼ੁਰੂ ਕਰਤਾ। ਜਿਹੜੇ ਲੋਕੀ ਗੱਲਾਂ ਕਰਦੇ ਸੀ ਆਸੇ ਪਾਸੇ, ਉਹ ਸਾਰੀਆਂ ਗੱਲਾਂ ਸਮਾਪਤੀ ਹੋ ਗਈ। ਦੇਖੋ ਵੀ ਨਾਲ ਕੁਛ ਨਹੀਂ ਜਾਣਾ, ਸਭ ਕੁਛ ਇੱਥੇ ਰਹਿ ਜਾਣਾ ਹੈ। ਅੱਜ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਦਿਨ ਹੈ, ਸਭ ਮਿਲ ਜੁਲ ਕੇ ਰਹੋ। ਕੋਈ ਗਲਤੀ ਜੇ ਸਭ ਕੋਲ ਮਾफ़ ਕਰ ਦੇਣਾ ਇੱਕ ਦੂਜੇ ਨੂੰ।
आत्मा स्वामी राधे कृष्णा राधे कृष्णा।